परम सत्कारयोग सतगुरां दी साजी और नवाजी हुई साध संगत जीओ, आप माई भाई धनता दे योग हो, जिन्हां नूं चवरा तख्तां दे मालिक गुरता गद्दी ते विराजमान प्रतख सतगुरु सारे संसार दे सांझे रहबर धन धन गुरु ग्रंथ साहिब महाराज जी दी गुरबाणी दियां विचारां करन दे ते सुनन दे सुभाग समय प्राप्त होया। आओ असी तुसी सारे ही वड्डे कर्मां वाले हाँ, जिन्हां नूं गुरु चरनां दे विच बैठ करके सतगुरु जी दे दर्शन करन दा, गुरबाणी दियां विचारां सुनन दा सुभाग समा प्राप्त होया। आओ की कहते हैं गुरु नानक देव महाराज जी गुरबाणी दे विच सरवण करिए। पंच प्रवान पंच प्रधान पंचे पाव दरगह मान, मुखिए मकबूल हन ते मुखिए ही महान हंज। पंज प्रवान ने ते पंच ही प्रधान ने। साधु स्वामी दे दरबार अंदर मान पाउंदे हन, पंचे सोहे तर राजान पंचा का गुरेक ध्यान। सतगुरु महाराज जी फरमान करते ने, कहते रब दे गोले, गोले भी आख्या जाता, सेवक भी आख्या जाता, प्यारे भी आख्या जाता। रब दे सेवक राजियां दियां दरबारां अंदर सुंदर लगते हैं अते चुने हुए केवल गुरु उत्ते ही अपनी बिरती कतर करते हैं। जे को कह करे विचार करते कै करना नहीं सुमार। सतगुरु महाराज जी कहते जिन्हां दी चाहे भावें कोई जना भी वर्ण ते सोच विचार पिया करे, कोई भी सोच करे विचार करे, परंतु सिरजनहार दे कम्मां दी गिणती नहीं हो सकती। वो परमेश्वर दे कम्मां दी गिणती नहीं हो सकती। तौल धर्म दया का पूत संतोख थाप रखिया जिन सूत। महाराज जी कहते कलपत बलद दयालता दा पुत्र तां गुरमुख प्यारिओ, कई कहते जी जिहड़ी धरती आ ये बलद ने सिंगां ते चक्की हुई आ। जे सवाल करिए भी चलो जे गल मान ली भी बलद ने धरती अपने सिंगां ते चक्की हुई आ, फिर वो बलद काहते खड़ा? फिर कहोगे जी वो धरती दे खड़ा, फिर वो धरती काहदे आसरे खड़ी आ? ये सिलसिला मुक्कण वाला नहीं। धरती खड़ी आ धर्म दे आसरे। तौल धर्म दया का पूत, ये जिहड़ा तौल आ ना, भाव के ये धर्म है
ਇਹ ਧਰਮ ਦੇ ਸਿਰ ਤੇ ਖੜੀ ਆ। ਸੰਤੋਖ ਥਾਪ ਰੱਖਿਆ ਜਿਨ ਸੂਤ, ਜਿਸਨੇ ਸਹਿਨਸ਼ੀਲਤਾ ਨਾਲ ਠੀਕ ਤੌਰ ਤੇ ਧਰਤੀ ਨੂੰ ਠੱਲਿਆ ਹੋਇਆ ਹੈ, ਭਾਵ ਕਿ ਧਰਤੀ ਨੂੰ ਰੋਕਿਆ ਹੋਇਆ ਹੈ। ਜੇ ਕੋ ਬੁਝੈ ਹੋਵੈ ਸਚਿਆਰ, ਤਬ ਲੈ ਉਪਰ ਕੀਤਾ ਭਾਰ। ਮਹਾਰਾਜ ਜੀ ਕਹਿੰਦੇ ਜੇਕਰ ਕੋਈ ਜਣਾ ਇਸ ਨੂੰ ਸਮਝ ਲਵੇ ਤਾਂ ਉਹ ਸੱਚਾ ਇਨਸਾਨ ਬਣ ਜਾਂਦਾ ਹੈ। ਉਹ ਸੱਚਾ ਇਨਸਾਨ ਬਣ ਜਾਂਦਾ ਹੈ। ਤਬਲੇ ਉੱਪਰ ਕੀਤਾ ਪਾਰ, ਧਰਤੀ ਹੋਰ ਪਰੈ ਹੋਰ ਹੋਰ। ਸਤਿਗੁਰੂ ਜੀ ਕਹਿੰਦੇ ਕਿ ਬਲਦ ਉੱਤੇ ਕਿੰਨਾ ਕੁ ਬੋਝ ਹੈ। ਇਹ ਧਰਤੀ ਤੋਂ ਪਰੇ ਬੜੇ ਆਲਮ ਹਨ। ਧਰਤੀ ਹੋਰ ਪਰੇ ਹੋਰ ਹੋਰ ਬੜੀਆਂ ਧਰਤੀਆਂ ਨੇ। ਆਪਣ ਦੇ ਇੱਕ ਦਿਖ ਰਹੀ ਹੈ ਨਾ। ਮਹਾਰਾਜ ਜੀ ਕਹਿੰਦੇ, ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਧਰਤੀ ਹੋਰ ਪਰੈ ਹੋਰ ਹੋਰ, ਬਹੁਤ ਧਰਤੀਆਂ ਨੇ ਕਹਿੰਦੇ। ਤੀਤੇ ਭਾਰਤ ਲੈ ਕਵਣ ਜੋਰ। ਮਹਾਰਾਜ ਜੀ ਕਹਿੰਦੇ ਉਹ ਕਿਹੜੀ ਤਾਕਤ ਹੈ ਜੋ ਉਹਨਾਂ ਦੇ ਬੋਝ ਨੂੰ ਹੇਠੋਂ ਚੁੱਕੀ ਹੋਈ ਆ। ਉਹ ਧਰਤੀਆਂ ਨੇ ਜਿਹੜੀਆਂ, ਇੰਨੀਆਂ ਧਰਤੀਆਂ ਦਾ ਬੋਝ, ਉਹ ਕਿਹੜੀ ਚੀਜ਼ ਹੈ ਜਿਹੜੀ ਚੁੱਕੀ ਖਲੋਈ ਆ, ਖੜੀ ਹੈ। ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ। ਮਹਾਰਾਜ ਜੀ ਕਹਿੰਦੇ ਸਾਰੇ ਜੀਵਾਂ ਦੀਆਂ ਬਰੰਗੀਆਂ ਰੰਗਤਾਂ ਤੇ ਨਾਮ ਉਕਰੇ ਹਨ। ਵਾਹਿਗੁਰੂ ਦੀ ਸਦਾ ਵਗਦੀ ਹੋਈ ਕਲਮ ਨਾਲ ਇਹੋ ਲੇਖਾ ਲਿਖ ਜਾਣੈ ਕੋਈ। ਲੇਖਾ ਲਿਖਿਆ ਕੀਤਾ ਹੋਏ। ਇਹ ਹਿਸਾਬ ਕਿਤਾਬ ਬਿਰਲਾ ਹੀ ਲਿਖਣ ਜਾਣਦੇ ਹਨ। ਔਰ ਨਭ ਸਤ ਸਦਾ ਲੇਖਾ ਪੱਤਾ, ਇਹ ਕਿੱਡਾ ਕੁ ਵੱਡਾ ਹੋਵੇਗਾ। ਮਹਾਰਾਜ ਜੀ ਕਹਿੰਦੇ ਕੀਤਾ ਤਾਣ ਸੁਹਾਲਿਓ ਰੂਪ, ਕੀਤੀ ਦਾਤ ਜਾਣੇ ਕੌਣ ਕੂਤ। ਤੇਰੀ ਕਿੰਨੀ ਕੁ ਸ਼ਕਤੀ ਤੇ ਮਨਮੋਹਣੀ ਸੁੰਦਰਤਾ ਹੈ, ਤੇਰੀ ਕਿੰਨੀ ਕੁ ਸ਼ਕਤੀ ਹੈ ਅਤੇ ਮਨਮੋਹਣੀ ਸੁੰਦਰਤਾ ਹੈ। हे ਸਾਹਿਬ, ਕੀਤੀ ਦਾਤ ਜਾਣੇ ਕੌਣ ਕੂਤ, ਕੀਤਾ ਪਸਾਵੇ ਕੋ ਕਬਾਓ। ਕਿੱਡੀ ਵੱਡੀ ਹੈ ਤੇਰੀ ਬਖਸ਼ੀਸ਼, ਜਿਸਦਾ ਅੰਦਾਜ਼ਾ ਕੌਣ ਲਾ ਸਕਦਾ। ਉਹਦੀ ਬਖਸ਼ੀਸ਼ ਐਡੀ ਵੱਡੀ ਆ ਭਾਈ, ਉਹਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਆਖੋ ਸਤਨਾਮ। ਕੀਤਾ ਪਸਾਵੇ ਕੋ ਕਬਾਓ, ਤੀਤੇ ਹੋਏ ਲੱਖ ਦਰਿਆਓ। ਇਹ ਸ਼ਬਦ ਨਾਲ ਤੂੰ ਜਗਤ ਦਾ ਖਿਲਾਰਾ ਕਰ ਦਿੱਤਾ ਤੇ ਇਸ ਦੁਆਰਾ ਲੱਖਾਂ ਦਰਿਆ ਬਹਿਣੇ ਸ਼ੁਰੂ ਹੋ ਗਏ ਨੇ। ਤੀਤੇ ਹੋਏ ਲੱਖ ਦਰਿਆਓ।
ਕੁਦਰਤ ਕਾਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ। ਮਹਾਰਾਜ ਜੀ ਕਹਿੰਦੇ ਤੈਨੂੰ ਜਾਂ ਤੇਰੇ ਇਲਮ ਨੂੰ ਬਿਆਨ ਕਰਨ ਦੀ ਮੇਰੇ ਵਿੱਚ ਕਿਹੜੀ ਤਾਕਤ ਹੈ। ਮੈਂ ਇੱਕ ਵਾਰੀ ਵੀ ਤੇਰੇ ਉੱਤੇ ਕੁਰਬਾਨ ਨਹੀਂ ਹੋ ਸਕਦਾ। ਜੋ ਤੁਧ ਪਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮਹਾਰਾਜ ਜੀ ਕਹਿੰਦੇ ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹੀ ਕੰਮ ਕਾਜ ਹੁੰਦਾ ਹੈ। ਤੂੰ ਸਦੀਵ ਹੀ ਨਵਾਂ ਨਰੋਆ ਹੈ। हे ਸਰੂਪ ਰਹਿਤ ਅਕਾਲ ਪੁਰਖ ਵਾਹਿਗੁਰੂ। ਉਹ ਵਾਹਿਗੁਰੂ ਪਰਮੇਸ਼ਰ ਭਾਈ ਨਿਤ ਨਵਾਂ ਨਰੋਆ ਹੈ। ਉਹ ਸਰੂਪ ਰਹਿਤ ਹੈ, ਉਹਦਾ ਕੋਈ ਸਰੂਪ ਨਹੀਂ ਹੈ। ਅਸੰਖ ਜਪ ਸੰਖ ਭਾਓ, ਅਸੰਖ ਪੂਜਾ ਸੰਖ ਤਪਤਾਓ। ਮਹਾਰਾਜ ਜੀ ਕਹਿੰਦੇ ਅਣਗਿਣਤ ਹਨ ਤੇਰੇ ਭੋਜਨ, ਅਣਗਿਣਤ ਹਨ ਤੇਰੇ ਭਜਨ ਪਾਠ ਤੇ, ਅਣਗਿਣਤ ਹਨ ਉਹ ਜੋ ਪ੍ਰੇਮ ਨਾਲ ਤੇਰਾ ਭਜਨ ਪਾਠ ਕਰਦੇ ਨੇ। ਮਹਾਰਾਜ ਜੀ ਕਹਿੰਦੇ ਅਣਗਿਣਤ ਨੇ ਵਾਹਿਗੁਰੂ ਪਰਮੇਸ਼ਰ ਦੇ ਭਜਨ, ਅਣਗਿਣਤ ਹੀ ਹਨ ਉਹ ਪਾਠ ਭਜਨ ਕਰਨ ਵਾਲੇ, ਉਹਨਾਂ ਦੀ ਵੀ ਕੋਈ ਗਿਣਤੀ ਨਹੀਂ ਹੈ। ਅਸੰਖ ਪੂਜਾ ਸੰਖ ਤਪਤਾਓ। ਸਤਿਗੁਰੂ ਮਹਾਰਾਜ ਜੀ ਕਹਿੰਦੇ ਅਣਗਿਣਤ ਹਨ ਤੇਰੀਆਂ ਉਪਾਸਨਾ, ਅਣਗਿਣਤ ਹਨ ਜੋ ਤਪੱਸਿਆ ਕਰਦੇ ਹਨ। ਜਿਹੜੇ ਤਪੱਸਿਆ ਕਰਦੇ ਨੇ, ਭਗਤੀ ਕਰਦੇ ਨੇ, ਉਹ ਵੀ ਅਣਗਿਣਤ ਨੇ, ਉਹਨਾਂ ਦੀ ਵੀ ਕੋਈ ਗਿਣਤੀ ਨਹੀਂ ਹੈ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ। ਮਹਾਰਾਜ ਜੀ ਕਹਿੰਦੇ ਭਾਈ ਅਣਗਿਣਤ ਹਨ ਧਾਰਮਿਕ ਪੁਸਤਕਾਂ ਅਤੇ ਵੇਦਾਂ ਦੇ ਮੂੰਹ ਜਵਾਨੀ ਪਾਠ ਕਰਨ ਵਾਲੇ। ਵੇਦਾਂ ਦੇ ਮੂੰਹ ਜਵਾਨੀ ਪਾਠ ਕਰਨ ਵਾਲੇ ਅਨੇਕਾਂ ਹਨ। ਅਸੰਖ ਜੋਗ ਮਨ ਰਹੇ ਉਦਾਸ। ਅਣਗਿਣਤ ਹਨ ਜੋਗੀ ਜਿਹੜੇ ਚਿੱਤ ਵਿੱਚ ਜੋ ਦੁਨੀਆ ਵੱਲੋਂ ਉਪਰਾਮ ਰਹਿੰਦੇ ਨੇ, ਉਦਾਸ ਰਹਿੰਦੇ ਨੇ ਦੁਨੀਆ ਵੱਲੋਂ। ਅਣਗਿਣਤ ਨੇ ਮਹਾਰਾਜ ਜੀ ਕਹਿੰਦੇ। ਅਸੰਖ ਭਗਤ ਗੁਣ ਗਿਆਨ ਵਿਚਾਰ। ਅਣਗਿਣਤ ਹਨ ਤੇਰੇ ਭਗਤ ਜੋ ਪ੍ਰਭੂ ਦੀਆਂ ਵਡਿਆਈਆਂ ਕਰਦੇ ਹਨ ਅਤੇ ਬੋਧ ਸੋਚ ਨੂੰ ਸਮਝਦੇ ਹਨ। ਅਸੰਖ ਸਤੀ ਸੰਗ ਦਾ ਤਾਰ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਅਣਗਿਣਤ ਹਨ ਪਵਿੱਤਰ ਪੁਰਸ਼, ਅਣਗਿਣਤ ਹਨ ਪਵਿੱਤਰ ਪੁਰਸ਼ ਅਤੇ ਅਣਗਿਣਤ ਹੀ ਪੁੰਨ ਦਾਨ ਕਰਨ ਵਾਲੇ ਨੇ। ਅਣਗਿਣਤ ਨੇ ਪੁੰਨ ਦਾਨ ਕਰਨ ਵਾਲੇ, ਕੋਈ ਘਾਟਾ ਨਹੀਂ ਹੈ ਪੁੰਨ ਦਾਨ ਕਰਨ ਵਾਲਿਆਂ ਦਾ। ਅੱਜ ਵੀ ਬੜੇ ਤੋਂ ਬੜੇ ਬੜੇ ਪਏ ਨੇ ਪੁੰਨ ਦਾਨ ਕਰਨ ਵਾਲੇ, ਪਰ ਜਿਹੜੇ ਗੁਰਮੁਖ ਪਿਆਰੇ ਪੁੰਨ ਦਾਨ ਕਰਦੇ ਨੇ ਨਾ, ਉਹ ਫਲ ਪ੍ਰਾਪਤ ਕਰ ਲੈਂਦੇ ਨੇ, ਉਹ ਮਨ ਦੀਆਂ ਇੱਛਾ ਭਾਵਨਾ ਪੂਰੀਆਂ ਕਰ ਲੈਂਦੇ ਨੇ। ਅਸੰਖ ਸੂਰ ਮੋਹ ਭਖਸਾਰ। ਅਸੰਖ ਮੋਨ ਲਿਵ ਲਾਏ ਤਾਰ। ਸਤਿਗੁਰੂ ਜੀ ਕਹਿੰਦੇ ਅਣਗਿਣਤ ਹਨ ਯੋਧੇ ਜਿਹੜੇ ਮੂੰਹ ਉੱਤੇ ਲੋਹੇ ਦੀਆਂ ਸੱਟਾਂ ਸਹਾਰਦੇ,
ਜਾਂ ਲੋਹਾ ਖਾਂਦੇ ਹਨ, ਅਣਗਿਣਤ ਨੇ। ਅਸੰਖ ਮੌਨ ਲਿਵ ਲਾਏ ਤਾਰ। ਮਹਾਰਾਜ ਜੀ ਕਹਿੰਦੇ ਅਣਗਿਣਤ ਹਨ ਜਿਹੜੇ ਚੁੱਪ ਕਰੀਤੇ ਰਿਸ਼ੀ, ਜੋ ਆਪਣੀ ਪ੍ਰੀਤ ਤੇ ਬਿਰਤੀ ਪ੍ਰਭੂ ਉੱਤੇ ਕੇਂਦਰ ਰੱਖਦੇ, ਜਿਹੜੇ ਬਿਰਤੀ ਨੂੰ ਆਪਣੀ ਸੁਰਤ ਨੂੰ ਪਰਮੇਸ਼ਰ ਦੇ ਨਾਲ ਜੋੜ ਕੇ ਰੱਖਦੇ ਨੇ। ਮਹਾਰਾਜ ਜੀ ਕਹਿੰਦੇ ਉਹ ਵੀ ਅਣਗਿਣਤ ਹਨ, ਉਹਨਾਂ ਦੀ ਵੀ ਕੋਈ ਗਿਣਤੀ ਨਹੀਂ ਹੈ। ਕੁਦਰਤ ਕਾ ਗੁਣ ਕਹਾਂ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ। ਮਹਾਰਾਜ ਜੀ ਕਹਿੰਦੇ ਤੈਨੂੰ ਜਾਂ ਤੇਰੇ ਇਲਮ ਨੂੰ ਬਿਆਨ ਕਰਨ ਦੀ ਮੇਰੇ ਵਿੱਚ ਕਿਹੜੀ ਤਾਕਤ ਹੈ। ਕੁਦਰਤ ਕਾਵਣ ਕਹਾਂ ਵਿਚਾਰ, ਮੈਂ ਇੱਕ ਵਾਰੀ ਵੀ ਤੇਰੇ ਉੱਤੇ ਕੁਰਬਾਨ ਨਹੀਂ ਹੋ ਸਕਦਾ। ਜੋ ਤੁਧ ਪਾਵੈ ਸਹੀ ਭਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਕੰਮ ਕਾਜ ਹੈ। ਤੂੰ ਸਦੀਵ ਹੀ ਨਵਾਂ ਨਰੋਆ ਹੈ। ਇਹ ਸਰੂਪ ਰਹਿਤ ਵਾਹਿਗੁਰੂ ਪਰਮੇਸ਼ਰ। ਅਸੰਖ ਮੂਰਖ ਅੰਧ ਘੋਰ, ਸੰਗ ਚੋਰ ਹਰਾਮ ਖੋਰ। ਅਣਗਿਣਤ ਮਹਾਨ ਅੰਨੇ ਮੂੜ ਹਨ। ਮਹਾਰਾਜ ਜੀ ਕਹਿੰਦੇ ਅਣਗਿਣਤ ਨੇ ਜਿਹੜੇ ਮੂਰਖ ਲੋਕ ਨੇ, ਉਹਨਾਂ ਦੀ ਵੀ ਕੋਈ ਗਿਣਤੀ ਨਹੀਂ ਹੈ। ਕੱਲ ਸੁਣਿਆ ਸੀ ਨਾ, ਮੂਰਖਾ ਸਿਰ ਮੂਰਖ ਹੈ। ਮਹਾਰਾਜ ਜੀ ਕਿਹਨੂੰ ਮੂਰਖ ਮੰਨਦੇ ਨੇ, ਕਿਹਨੂੰ ਮੂਰਖ ਆਖਿਆ? ਮਹਾਰਾਜ ਜੀ ਕਹਿੰਦੇ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾਉ। ਜਿਹੜੇ ਨਾਮ ਨੂੰ ਪਰਮੇਸ਼ਰ ਨੂੰ ਮੰਨਦੇ ਨਹੀਂ ਨਾ, ਮਹਾਰਾਜ ਜੀ ਕਹਿੰਦੇ ਮੂਰਖਾਂ ਦੇ ਮੂਰਖ ਨੇ। ਅਣਗਿਣਤ ਹਨ ਮੂਰਖ ਅੰਨੇ, ਜਿਨ੍ਹਾਂ ਨੂੰ ਗਿਆਨ ਨਹੀਂ ਹੈ, ਗਿਆਨ ਵੱਲੋਂ ਅੰਨੇ ਨੇ। ਅਸੰਖ ਚੋਰ ਰਾਮ ਖੋਰ। ਮਹਾਰਾਜ ਜੀ ਕਹਿੰਦੇ ਅਣਗਿਣਤ ਹਨ ਚੋਰ ਤੇ ਹੋਰਨਾਂ ਦਾ ਮਾਲ ਖਾਣ ਵਾਲੇ, ਅਣਗਿਣਤ ਨੇ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੈ। ਅਸੰਖ ਅਮਰ ਕਰ ਜਾਏ ਜੋਰ। ਅਣਗਿਣਤ ਧੱਕੇ ਨਾਲ ਰਾਜ ਕਰਕੇ ਤੁਰ ਜਾਂਦੇ ਨੇ। ਕਹਿੰਦੇ ਅਣਗਿਣਤ ਨੇ ਜਿਹੜੇ ਧੱਕੇ ਦੇ ਨਾਲ ਹੀ ਆਪਣਾ ਰਾਜ ਕਰਕੇ ਤੁਰ ਜਾਂਦੇ ਨੇ। ਅਸੰਖ ਗਲ ਵਡਾਤਿਆ ਕਮਾਹੀ। ਮਹਾਰਾਜ ਜੀ ਕਹਿੰਦੇ ਅਣਗਿਣਤ ਹਨ ਭਾਈ ਗਲ ਵੱਢਣ ਵਾਲੇ, ਜੋ ਖੂਨ ਕਰਦੇ ਨੇ। ਅਣਗਿਣਤ ਨੇ ਕਹਿੰਦੇ, ਉਹਨਾਂ ਨੂੰ ਫਿਰ ਲੇਖਾ ਭੁਗਤਣਾ ਪੈਂਦਾ। ਅਸੰਖ ਪਾਪੀ ਪਾਪ ਕਰ ਜਾਹੀ। ਮਹਾਰਾਜ ਜੀ ਕਹਿੰਦੇ ਅਣਗਿਣਤ ਹਨ ਜਿਹੜੇ ਗੁਨਾਹ ਕਮਾਈ ਜਾਂਦੇ ਨੇ, ਪਾਪ ਕਰਦੇ ਨੇ, ਜਿਹੜੇ ਪਾਪ ਇਕੱਠੇ ਕਰਦੇ ਨੇ, ਅਣਗਿਣਤ ਨੇ। ਸੰਖ ਕੂੜਿਆਰ ਕੂੜੇ ਫਰਾਹੇ, ਸੰਖ ਮਲੇਸ ਮਲ ਭਖ ਖਾਹੇ। ਸਤਿਗੁਰੂ ਜੀ ਕਹਿੰਦੇ ਅਣਗਿਣਤ ਝੂਠੇ ਹਨ, ਜਿਹੜੇ ਝੂਠ ਅੰਦਰ ਭਟਕਦੇ ਰਹਿੰਦੇ ਨੇ, ਉਹਨਾਂ ਦੀ ਵੀ ਕੋਈ ਗਿਣਤੀ ਨਹੀਂ ਹੈ। ਅਣਗਿਣਤ ਗੰਦੇ ਹਨ ਜੋ ਗੰਦਗੀ ਨੂੰ ਆਪਣੇ ਆਹਾਰ ਵਜੋਂ ਖਾਂਦੇ ਨੇ। ਅਸੰਖ ਮਲੇਸ ਮਲ ਭਖ ਖਾਹੇ। ਗੰਦਗੀ ਨੂੰ ਜਿਹੜੇ ਖਾਂਦੇ ਨੇ, ਗੰਦੀਆਂ ਵਸਤੂਆਂ ਖਾਂਦੇ ਨੇ, ਮਹਾਰਾਜ ਜੀ ਕਹਿੰਦੇ ਉਹ ਵੀ ਅਣਗਿਣਤ ਨੇ। ਅਸੰਖ ਨਿੰਦਕ ਸਿਰ ਕਰਹਿ ਭਾਰ। ਅਣਗਿਣਤ ਕਲੰਕ ਲਾਉਣ ਵਾਲੇ ਹਨ, ਜੋ ਆਪਣੇ ਸਿਰ ਤੇ ਪਾਪਾਂ ਦਾ ਬੋਝ ਚੁੱਕੀ ਫਿਰਦੇ ਨੇ। ਆਪਣੇ ਸਿਰ ਤੇ ਪਾਪਾਂ ਦਾ ਬੋਝ ਚੁੱਕੀ ਫਿਰਦੇ ਨੇ, ਅਣਗਿਣਤ ਨੇ।
नानक नीच कहे विचार, वारिया न जावा एक बार। नानक महाराज जी कहते नीमा वरण करता है, मैं एक बारी भी तेरे उत्ते कुर्बान नहीं हो सकता। जो तुद पावै सही भलीकार, तू सदा सलामत निरंकार। जो कुछ मैनू चंगा लगता है वाहिगुरू, जो कुछ तेनू चंगा लगता है वही काम काज होंदा है। तू सदैव ही नवा नरोआ है, ये स्वरूप रहत वाहिगुरू। असंख नाभ संख थाव, अगम गम संख लो। महाराज जी कहते बेगिणत हन तेरे नाम दे बेगिणत निवास थान। हे प्रभु अणगिणत ने थावां तेरियां जिथे तू रहना है बसदा है। अगम अगम असंख लो, बेगिणत हन तेरे मंडल पहुँच ते खोज। असंख करे सिर भार होए। महाराज जी कहते उन्होंने गिनती रहत अपना भी मूंड, मूंड का मतलब सिर, सिर उत्ते पापां का बोझ चुकण दे तुल है। अखरी नाम अखरी सलाहा। महाराज जी कहते शब्दां राही तेरा नाम उचारिया जाता है। शब्दां दे राही परमेश्वर दा अकाल पुरख वाहिगुरू जी दा नाम उचारिया जाता है। अखरी ज्ञान गीत गुण गाहा। सतगुरु जी कहते शब्दां राही तेरी ज्ञात अते तेरियां उत्कर वडियाइयां दे गाउण गाए जाते हैं, तेरियां वडियाइयां कीती जांदियां ने। अखरी लिखण बोलण बाण, अखरा सिर संजोग बखान। गुरु नानक देव महाराज जी कहते अखरा अंदर उच्चारण की हुई बाणी लिखी जाती है। अखरा राही उच्चारण की हुई गुरबाणी लिखी गई है। अखरा नाल ही बंदे दे मत्थे उत्ते उसकी किस्मत बयान की गई। साडे मत्थे दे उत्ते अखर लिखे हुए ने पर वो सानू दिखते नहीं हैं। जिहड़े साडे मत्थे दे उत्ते अखर लिखे हुए ने वो सानू दिखते नहीं। सानू कि किसी नू भी नहीं दिखते। वो किन्हां नू दिखते ने? जिहड़े रब दे विच भेद होए ने, रब दे नाल मिले हुए ने, रब दी बंदगी भजन करन वाले वो मत्थे दे लेख देख के दस दिंदे ने। आखो सतनाम। वो मत्थे दे लेख पढ़ के दस दिंदे ने। तां गुरमुख प्यारिओ उन्हां दे कोल समर्था हुंदी आ। वो परमेश्वर ने उन्होंने बख्शिश की हुंदी आ। बख्शिश क्यों? क्योंकि उन्होंने रब की बंदगी की हुंदी आ। उन्होंने भजन किया हुंदा, सिमरन करके भजन करके परमेश्वर दे विच अभेद होए हुंदे ने, इकमिक होए हुंदे ने। जो जल में जला एक टाना, जिवें जल दे विच जल मिल जाता ना, या कह लीए दुध दे विच पानी मिल जाता, इस तरह भजन करके सिमरन करके रब दे प्यारे परमेश्वर दे नाल अभेद हो जाते ने। आखो सतनाम। वो परमेश्वर दे विच भेद हो जाते ने। फिर वो गुरमुख प्यारे बंदे दे मस्तक नूं पढ़ लैंदे ने। वो जिहड़े अखर लिखे हुए ने मत्थे ते ना, उन्हां नूं पढ़ लैंदे ने ते होर नहीं कोई पढ़ सकदा। आखो सतनाम।
जिन एह लेखे तिसर नाही। परंतु वाहिगुरु जिसने प्रलब्ध लिखिया हन ਉਹਦੇ ਸੀਸ ਉੱਤੇ ਇਹ नहीं है। जी फरमाए तिव तिव पाहे। सतगुरु जी कहते जिस तरह वो हुक्म करता है उस तरह ही इंसान हासिल करते हैं। जेता कीता तेता नाओ बिरना वै नाई को थाओ। तेरे नाम तो बिना कोई होर थाओ नहीं है। तेरे नाम तो बिना होर कोई थाओ नहीं है। कुदरत कावन कहाँ विचार। तेनू जा तेरे नाम नू बयान करन दी मेरे विच किहड़ी ताकत है भी मैं तेरे नाम नू बयान करा। वारिया ना जावा एक बार जो तुद भावै सही पलीकार। तू सदा सलामत निरंकार। मैं एक बारी भी तेरे उत्तों कुर्बान नहीं हो सकता। जो कुछ तेनू चंगा लगता है ਉਹੀ ਚੰਗਾ ਕੰਮ ਕਾਜ ਹੈ। ਤੂੰ ਸਦੀਵ ਹੀ ਨਵਾਂ ਨਰੋਆ ਹੈ। ਇਹ ਸਰੂਪ ਰਹਿਤ ਵਾਹਿਗੁਰੂ। ਮਹਾਰਾਜ ਜੀ ਅੱਗੇ ਫਰਮਾਨ ਕਰਦੇ ਨੇ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸੁਖੇ। महाराज जी कहते जदों हथ पैर ते शरीर दे होर हिस्से घट्टे नाल भर जाते हैं जल नाल धोण द्वारा वो मिट्टी घट्टा लै जाता। अपने शरीर दे उत्ते मिट्टी घट्टा जम जाता। फिर की करते हैं फिर इशनान करते हैं। इशनान करन दे नाल शरीर का मिट्टी कट्टा जिहड़ा हुंदा ना वो सारा लह जाता। आखो सतनाम। जिवें शरीर का मिट्टी कट्टा लह जाता स्नान करन दे नाल इसे तरह नाम जपण दे नाल नाम सुनन दे नाल पाप लह जाते ने। आखो सतनाम। मूत पलीती कपड़ होए दे साबुन लियो धोए। महाराज जी कहते पिशाब नाल गंदा होया होया वस्त्र साबुन ला के साफ सुथरा कर लैंदा है। भरीए मत पापां कै संग धोपे नाम कै रंग। जिहड़ी मत पापां दे नाल भरी हुई आ जिहड़ी मत पापां दे नाल भरी हुई आ जिवें पेशाब गंदगी नाल कपड़ा वस्त्र लिबड़िया होया गंदा होया होया उन्हों साबण ला के साफ सुथरा कर लैंदा। इसे तरह जिहड़े गुनाहां नाल मत मैली हुई पई आ पलीत हुई पई आ महाराज जी कहते वो हरि दे नाम नाल धोती जाती। आखो सतनाम। जिवें मान लो भी आपां घरां दे विच कपड़े धो के साफ कर लैंदे आ इत्थे भी गुरु दे कोल आके असीं अपनी मत नूं अपने पापां नूं अपने माड़े कर्मां नूं उरे गुरु दी बाणी सुन के नाम सुन के इन्हां नूं धोना। आखो सतनाम। हरि दे नाम दी प्रीत नाल ओ परमेश्वर दे नाम दे नाल इत्थे गुरमुख प्यारे गुरु दे कोल मत धोती जाती है साफ होंदी है।
ਗੁਰੂ ਦੇ ਕੋਲ ਆ ਕੇ ਮਨ ਸਾਫ਼ ਹੁੰਦਾ। ਗੁਰੂ ਦੇ ਜਿਹੜਾ ਜਦੋਂ ਕੋਲ ਆਉਂਦੇ ਨਾ, ਮਨ ਮੈਲਾ ਹੁੰਦਾ ਜਿਹੜਾ, ਉਹਨੂੰ ਮਹਾਰਾਜ ਜੀ ਸਾਫ਼ ਕਰ ਦਿੰਦੇ ਨੇ। ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਨਾ ਲਿਖ ਲੈ ਜਾਓ। ਮਹਾਰਾਜ ਜੀ ਕਹਿੰਦੇ ਕੇਵਲ ਮੂੰਹ ਜਵਾਨੀ ਕਹਿਣ ਨਾਲ ਆਦਮੀ ਨੇਕ ਤੇ ਐਬੀ ਨਹੀਂ ਬਣਦਾ। ਬੰਦਾ ਆਪਣੇ ਆਪ ਕਹੀ ਜਾਵੇ ਵੀ ਮੈਂ ਤਾਂ ਜੀ ਬੜਾ ਵਧੀਆ, ਮੈਂ ਬੜਾ ਪੁੰਨੀ ਆ, ਜਾਂ ਮੈਂ ਬੜਾ ਪਾਪੀ ਆ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਕੇਵਲ ਮੂੰਹ ਜਵਾਨੀ ਕਹਿਣ ਨਾਲ ਆਦਮੀ ਚੰਗਾ ਨਹੀਂ ਬਣ ਸਕਦਾ, ਅਤੇ ਮੂੰਹ ਦੇ ਨਾਲ ਕਹਿਣ ਨਾਲ ਬੰਦਾ ਮਾੜਾ ਨਹੀਂ ਬਣਦਾ। ਕਰ ਕਰ ਕਰਨਾ ਲਿਖ ਲੈ ਜਾਓ। ਮਹਾਰਾਜ ਜੀ ਕਹਿੰਦੇ ਬਾਰ ਬਾਰ ਕੀਤੇ ਹੋਏ ਕਰਮ ਦਿਲ ਉੱਤੇ ਉਕਰੇ ਜਾਂਦੇ ਨੇ। ਜਿਹੜੇ ਅਸੀਂ ਕਰਮ ਕਰਦੇ ਆ ਨਾ, ਰੋਜ਼ ਕਰਮ ਕਰਦੇ ਆ, ਭਾਵੇਂ ਮਾੜੇ ਕੰਮ ਕਰਦੇ ਆ, ਭਾਵੇਂ ਚੰਗੇ ਕਰਮ ਕਰਦੇ ਆ, ਉਹ ਰੋਜ਼ ਦੀ ਰੋਜ਼ ਮਹਾਰਾਜ ਜੀ ਕਹਿੰਦੇ ਲਿਖੇ ਜਾਂਦੇ ਨੇ। ਉਹ ਰੋਜ਼ ਦੀ ਰੋਜ਼ ਲਿਖੇ ਜਾਂਦੇ ਨੇ। ਫਿਰ ਕੀ ਬਣਦਾ ਅੱਗੇ? ਆਪੇ ਬੀਜ ਆਪੇ ਹੀ ਖਾਓ। ਜਿਹੋ ਜਿਹਾ ਬੀਜ ਬੀਜੇਗਾ ਫਿਰ ਉਹ ਤਾਂ ਖਾਣਾ ਹੀ ਪੈਣਾ ਨਾ। ਆਦਮੀ ਖੁਦ ਬੀਜਦਾ ਹੈ ਤੇ ਖੁਦ ਹੀ ਵੱਢਦਾ ਹੈ। ਜਿਹੋ ਜਿਹੇ ਕਰਮ ਕਰਦਾ ਨਾ, ਉਹਨੂੰ ਫਿਰ ਉਹੇ ਜਿਹੀ ਵੱਢਣਾ ਪੈਂਦਾ ਹੈ। ਨਾਨਕ ਹੁਕਮੀ ਆਵੋ ਜਾਓ। ਵਾਹਿਗੁਰੂ ਦੇ ਹੁਕਮ ਦੁਆਰਾ ਇਹ ਨਾਨਕ ਇਨਸਾਨ ਆਉਂਦਾ ਹੈ ਤੇ ਹੁਕਮ ਨਾਲ ਜਾਂਦਾ। ਉਹਦੇ ਹੁਕਮ ਦੇ ਨਾਲ ਇਹ ਜੀਵ ਸੰਸਾਰ ਦੇ ਉੱਤੇ ਆਉਂਦਾ ਹੈ। ਇਕੱਲੇ ਆਵੇ ਨਾਨਕਾ, ਜਦੋਂ ਘੱਲਦਾ ਹੈ ਤਾਂ ਉਹਨੂੰ ਆਉਣਾ ਪੈਂਦਾ। ਸੱਦੇ ਉੱਠੀ ਜਾਹੇ, ਤੇ ਜਦੋਂ ਸੱਦਦਾ ਹੈ ਤੇ ਫਿਰ ਜਾਣਾ ਪੈਂਦਾ। ਚਿੱਠੀ ਵੀ ਭੇਜਦਾ, ਜਿਹਾ ਚਿਰੀ ਲਿਖਿਆ ਤੇ ਆ ਹੁਕਮ ਕਮਾਹੇ, ਇਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ। ਉਹ ਚਿੱਠੀ ਭੇਜ ਦਿੰਦਾ ਹੈ, ਜਿਹਾ ਚਿਰੀ ਲਿਖਿਆ ਤੇ ਆ ਹੁਕਮ ਕਮਾਹੇ। ਫਿਰ ਹੁਕਮ ਮੰਨਣਾ ਪੈਂਦਾ, ਕਮਾਉਣਾ ਪੈਂਦਾ। ਤਾਂ ਗੁਰਮੁਖ ਪਿਆਰੇ ਵਾਹਿਗੁਰੂ ਦੇ ਹੁਕਮ ਦੁਆਰਾ ਇਹ ਨਾਨਕ ਇਨਸਾਨ ਆਉਂਦਾ ਤੇ ਹੁਕਮ ਦੇ ਨਾਲ ਹੀ ਜਾਂਦਾ ਹੈ। ਵਾਹਿਗੁਰੂ ਹੀ ਭੇਜਦਾ ਹੈ ਤੇ ਵਾਹਿਗੁਰੂ ਹੀ ਲੈ ਕੇ ਜਾਂਦਾ ਹੈ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ। ਮਹਾਰਾਜ ਜੀ ਕਹਿੰਦੇ ਯਾਤਰਾ, ਤਪੱਸਿਆ, ਰਹਿਮ ਤੇ ਖੈਰਾਤ। ਰਹਿਮ ਕਹਿੰਦੇ ਨੇ ਦਇਆ ਨੂੰ, ਖੈਰਾਤ ਕਹਿੰਦੇ ਨੇ ਦਾਨ ਨੂੰ। ਮਹਾਰਾਜ ਜੀ ਕਹਿੰਦੇ ਯਾਤਰਾ, ਤਪੱਸਿਆ ਔਰ ਦਇਆ ਅਤੇ ਦਾਨ ਦੇਣੀ ਜੇਕਰ ਪਾਉਣ। ਮਹਾਰਾਜ ਜੀ ਕਹਿੰਦੇ ਜੇ ਕੋ ਪਾਵੈ ਤਿਲਕਾ ਮਾਨ, ਜੇ ਪੁੰਨ ਦਾਨ ਕਰਕੇ ਕੰਚਕ ਮਾਤਰ ਕਦਰ ਜਾਂ ਸਨਮਾਨ ਪਾਉਂਦੇ ਹਨ। ਸੁਨਿਆ ਮੁਨ ਜਨ ਕੀਤਾ ਭਾਉ, ਸੁਣਿਆ ਮੰਨਿਆ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਮਹਾਰਾਜ ਜੀ ਕਹਿੰਦੇ ਜੇ ਕੋਈ ਦਿਲ ਨਾਲ ਹਰੀ ਨੂੰ ਸਰਵਣ, ਮੰਨਣ ਅਤੇ ਪ੍ਰੀਤ ਕਰਦਾ ਹੈ, ਸੁਣਿਆ ਜਿਹੜਾ ਸੁਣਦਾ ਹੈ, ਮੰਨਿਆ ਜਿਹੜਾ ਮੰਨਦਾ ਹੈ, ਮਨ ਕੀਤਾ ਭਾਉ ਕਹਿੰਦੇ ਸੁਣ ਕੇ ਮੰਨ ਕੇ ਮਨ ਦੇ ਵਿੱਚ ਜਿਹੜਾ ਭਾਉ ਕਰਦਾ ਹੈ, ਪ੍ਰੀਤ ਕਰਦਾ ਹੈ,
अंतरगत तीर्थ मल नहाओ। ਉਹ ਆਪਣੇ ਅੰਦਰਲੇ ਧਰਮ ਸਥਾਨ ਵਿੱਚ ਚੰਗੀ ਤਰ੍ਹਾਂ ਨਹਾ ਕੇ ਮੁਕਤੀ ਪਾ ਲੈਂਦਾ ਹੈ। ਸਭ ਗੁਣ ਤੇਰੇ ਮੈਂ ਨਾਹੀ ਕੋਏ। ਸਭ ਗੁਣ ਤੇਰੇ ਮੈਂ ਨਾਹੀ ਕੋਏ। ਜਿੰਨੇ ਵੀ ਗੁਣ ਪਾਏ ਹੋਏ ਨੇ, ਭਾਵੇਂ ਮਾਈਆਂ 'ਚ ਪਾਏ ਨੇ ਗੁਣ, ਭਾਵੇਂ ਬੰਦਿਆਂ 'ਚ ਗੁਣ ਪਾਏ ਨੇ, ਇਹ ਸਭ ਗੁਣ परमेश्वर दे ने। सारे कुछ बंदे दे अंदर आ, जिन्ने भी गुण ने सारे बंदे दे अंदर ने। वो गुण है किदे ने? वो परमेश्वर दे ने। परमेश्वर बख्शदा, गुण बख्शदा। किसी नूं कोई गुण बख्श दिता, कोई गड्डियां मोटरसाइकिल समारन दा गुण आ किसी कोल, किसी कोल बिल्डिंगां बनाउण दा गुण आ, किसी कोल लकड़ दा काम करन दा गुण आ, किसी कोल कथा कीर्तन करन दा गुण आ, किसी कोल दाल सब्जियां प्रसादे पानी बनाउण दा गुण आ। कोई किसी तरह दा गुण आ, कोई किसी तरह दा। ये गुण किहदे ने? सब गुण तेरे। ये परमेश्वर दे गुण ने सारे। वो जिहदे विच मर्जी भर सकदा है। आखो सतनाम। ये सारे गुण परमेश्वर दे दिते हुए ने। बिन गुण कीते भगत ना होए। महाराज जी कहंदे उत्कृष्टताइयां हासिल करन दे बाझों स्वामी दी प्रेममयी सेवा नहीं की जा सकती। स्वातात बाणी बरमाओ। सत सुहान सदा मन चाओ। मेरी नमस्कार है प्रभु नूं, जो आप ही संसारी पदार्थ अते लबज बर्मा आदक है। स्वात आत बाणी बरमाओ। वो आप ही प्रभु, जो आप ही संसारी पदार्थ है अते आप ही ब्रह्मा आदक सब कुछ आप ही है। वो सच्चा है अते सुंदर है अते परम आनंद सदैवी ओदे चित्त अंदर वसदा है। कवन सो बेला भगत कवन, कवन थित कवन वार। ओ केड़ी समा है, ओ केड़ी मूरत है, ओ केड़ी तिथ है, ओ केड़ा दिन है। कवन से रुती माओ कवन जितो आकार। अते ओ केड़ा मौसम है, ओ केड़ा महीना सी जदों संसार रचन का पसारा होया। जदों परमेश्वर ने संसार रचिया, किहड़ी रुत सी, किहड़ा दिन सी, किहड़ा महीना सी। बेल ना पाईए पंडिती जे होवे लेख प्राण। महाराज जी कहंदे पंडितां नूं बेले दा पता नहीं, भावें पुराणिਆਂ ਦੀ ਲਿਖਤ ਅੰਦਰ ऐदा जिक्र भी होवे। भगत ना पायो कादियां जे लिखण लई कुरान। महाराज जी कहंदे ना ही कोई काजी ਜਿਹੜੇ कुरान की लिखत लिखते हैं समय नूं जानते ने भी वो किहड़ा समा सी जदों परमेश्वर ने संसार रचिया। ना ही पंडित जानते ने ते ना ही काजी जानते हैं। तितवार ना जोगी जाने रुत माओ ना कोई। महाराज जी कहते ना कोई जोगी जानता है, ना ही कोई होर चंद दा दिहाड़ा, सप्ताह दा दिन, मौसम ते महीना जानता है।
जा करता सृष्टि को साजे आपे जाने सोई। कोई भी जान नहीं सकता भी ये सृष्टि कदों साजी आ, किहड़ा दिन सी, किहड़ी रुत सी, किहड़ा वेला सी, किहड़ा समा सी, किहड़ा महीना सी। जा करता सृष्टि को साजे आपे जाने सोई। जो सिरजनहार सृष्टि नूं रचदा है वो आप ही समय नूं, वेले नूं, दिन नूं वो आप ही जानदा। आखो सतनाम। किव कर आखा किव सलाही, क्यों वरनी किव जाना। गुरु नानक देव महाराज जी कहते तेनू किस तरह कहा, किस तरह सलाहिया, किस तरह बयान किया ते किस तरह जानिया जावे। ये साईं नानक आखण सबको आख एक दो एक सियाणा। नानक महाराज जी कहते, गुरु नानक देव महाराज जी कहते तेरे सारे सारे तेरी कथा वर्णन करते हैं ते एक नालों एक बथेरे अकलमंद है। एक तो एक चढ़दे तो चढ़दा ने जिहड़े तेरी कथा नूं वर्णन करते ने ते गाउंदे ने। एक तो एक ने एक दो एक चढ़ंदियां। बड़ा साहिब बड़ी नाई कीता जा कहोवै। महाराज जी कहते विशाल है मालक, बहुत बड़ा विशाल है मालक ते विशाल है ओदा नाम। अते जो कुछ वो करदा है ओही हुंदा है। आखो सतनाम। नानक जी को आपो जाने, अगे गया ना सो है। नानक महाराज जी कहते जेकर कोई जना अपने आप नूं करन जोग मन लवे, अगले लोग विच पूजन ते वो सुभाएमान नहीं लगेगा। पताला पताल लख गासां गास। तां गुरमुख प्यारिओ कहते पताला हेठ होर पताल ने, थले पताल ने ना, पताला हेठ पताल। लख अगासां गास। आपां नूं एक आसमान दिखदा ना, उपर उपर आसमान दिखदा। महाराज जी कहते लखां ही अगास ने, लखां ही आसमान ने, लखां ही। ओढ़क ओढ़क भाल थके वेद कहनिक बात। महाराज जी कहते धार्मिक ग्रंथ एक गल आखदे हन, रब दे अंत अते हद बन्नियां नूं लभदे होए ना कामयाब हो लोक हार उठ गए। रब दा हद बन्ना लभदे होई तां लोक हार उठ गए। वो रब दा हद बन्ना अज तक लभे ही नहीं किसी नूं। आखो सतनाम। इसे करके नूं बेअंत कहंदे ने, उदांत नहीं कोई पा सकदा। सहस 18 कैन कतेबा असलू एक धात। महाराज जी कहंदे ईसाई ते मुसलमान धार्मिक ग्रंथ आखदे हन कि 18,000 आलम हन।
18,000 ਆਲਮ ਹਨ, ਪਰੰਤੂ ਅਸਲ ਵਿੱਚ ਇੱਕੋ ਹੀ ਸਾਰ ਤੱਤ ਹੈ ਕਿ ਪ੍ਰਭੂ ਬੇਅੰਤ ਹੈ। ਉਹ ਪਰਮੇਸ਼ਰ ਬੇਅੰਤ ਹੈ। ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਵਿਨਾਸ਼। ਜੇਕਰ ਉਸਦਾ ਕੋਈ ਹਿਸਾਬ ਕਿਤਾਬ ਹੋਵੇ ਕੇਵਲ ਤਾਂ ਹੀ ਇਨਸਾਨ ਉਸ ਨੂੰ ਲਿਖ ਸਕਦਾ ਹੈ ਕਿ ਵਾਹਿਗੁਰੂ ਦਾ ਹਿਸਾਬ ਕਿਤਾਬ ਮੁੱਕਦਾ ਨਹੀਂ। ਅਤੇ ਹਿਸਾਬ ਕਿਤਾਬ ਨੂੰ ਬਿਆਨ ਕਰਦਾ ਹੋਇਆ ਇਨਸਾਨ ਖੁਦ ਹੀ ਮੁੱਕ ਜਾਂਦਾ ਹੈ। ਆਖੋ ਸਤਨਾਮ। ਉਹ ਵਾਹਿਗੁਰੂ ਪਰਮੇਸ਼ਰ ਦਾ ਹਿਸਾਬ ਕਿਤਾਬ ਉਹ ਨਹੀਂ ਮੁੱਕਦਾ, ਤੇ ਬੰਦਾ ਗੁਰਮੁਖ ਪਿਆਰਿਓ ਮੁੱਕ ਜਾਂਦਾ ਹੈ। ਨਾਨਕ ਵੱਡਾ ਆਖੀਐ, ਆਪੇ ਜਾਣੇ ਆਪ। हे ਨਾਨਕ, ਉਸ ਨੂੰ ਵਿਸਾਲ ਵਰਣਨ ਕਰ। ਉਹ ਆਪ ਹੀ ਆਪਣੇ ਆਪ ਨੂੰ ਜਾਣਦਾ। ਪਰਮੇਸ਼ਰ ਆਪਣੇ ਆਪ ਨੂੰ ਹੀ ਜਾਣਦਾ, ਹੋਰ ਉਹਨੂੰ ਕੋਈ ਜਾਣਦਾ ਨਹੀਂ ਹੈ। ਜਾਂ ਫਿਰ ਜਿਹੜੇ ਉਹਨੂੰ ਪਿਆਰ ਕਰਨ ਵਾਲੇ ਨੇ, ਭਜਨ ਕਰਨ ਵਾਲੇ ਨੇ, ਸਿਮਰਨ ਕਰਨ ਵਾਲੇ ਨੇ, ਬੰਦਗੀ ਕਰਨ ਵਾਲੇ ਨੇ, ਜਾਂ ਫਿਰ ਪਰਮੇਸ਼ਰ ਨੂੰ ਉਹ ਜਾਣਦੇ ਨੇ। ਆਖੋ ਸਤਨਾਮ। ਸਾਲਾਹੀ ਸਾਲਾਹੇ ਤੀ ਸੁਰਤ ਨਾ ਪਾਈਐ। ਮਹਾਰਾਜ ਜੀ ਕਹਿੰਦੇ ਸ਼ਲਾਘਾ ਕਰਨ ਵਾਲੇ ਸਾਹਿਬ ਦੀ ਸ਼ਲਾਘਾ ਕਰਦੇ ਨੇ, ਭਾਵ ਕਿ ਸਿਫਤ। ਉਹ ਪਰਮੇਸ਼ਰ ਦੀਆਂ ਸਿਫਤਾਂ ਕਰਨ ਵਾਲੇ ਸਿਫਤਾਂ ਕਰਦੇ ਹਨ, ਪਰ ਉਹਨਾਂ ਨੂੰ ਇੰਨੀ ਸਮਝ ਪ੍ਰਾਪਤ ਨਹੀਂ ਹੁੰਦੀ ਜਿੰਨਾ ਉਹ ਵਾਹਿਗੁਰੂ ਪਰਮੇਸ਼ਰ ਹੈ ਨਾ, ਉਹਦੀਆਂ ਸਿਫਤਾਂ ਦਾ ਕਰਦੇ ਨੇ, ਪਰ ਫਿਰ ਵੀ ਉਹਨਾਂ ਨੂੰ ਇੰਨੀ ਸਮਝ ਨਹੀਂ ਹੁੰਦੀ। ਨਦੀਆਂ ਤੇ ਬਹਾ ਪਵੈ ਸਮੁੰਦ ਨਾ ਜਾਣੀਐ। ਮਹਾਰਾਜ ਜੀ ਕਹਿੰਦੇ ਉਸ ਦੀ ਵਿਸ਼ਾਲਤਾ ਨੂੰ ਜਾਣ ਲੈਣਾ ਹੀ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਸਮੁੰਦਰ ਵਿੱਚ ਡਿੱਗਣ ਵਾਲੇ ਨਾਲੇ ਤੇ ਦਰਿਆ ਇਹਦੇ ਵਿਸਥਾਰ ਨੂੰ ਨਹੀਂ ਸਮਝਦੇ। ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਲ ਧਨ। ਜਾਇਦਾਦ ਅਤੇ ਦੌਲਤ ਦੇ ਸਮੁੰਦਰ ਤੇ ਪਹਾੜਾਂ ਦੇ ਸਮੇਤ ਰਾਜੇ ਮਹਾਰਾਜੇ ਕਿਹੜੀ ਤੁਲਨਾ ਹੋ ਬਣੀ, ਜੇ ਤਿਸ ਮਨੋ ਨਾ ਵਿਸਰੈ। ਮਹਾਰਾਜ ਜੀ ਕਹਿੰਦੇ ਸਾਰੇ ਕੀੜੀ ਦੇ ਬਰਾਬਰ ਹਨ। ਕੀੜੀ ਦੇ ਬਰਾਬਰ ਨਹੀਂ ਹੁੰਦੇ ਜੋ ਆਪਣੇ ਚਿੱਤ ਅੰਦਰ ਪ੍ਰਭੂ ਨੂੰ ਨਾ ਭੁੱਲੇ। ਅੰਤ ਨਾ ਸਿਵਤੀ ਕਹਿਣ ਨ ਅੰਤ। ਸੁਆਮੀ ਦੀ ਸਿਫਤ ਸ਼ਲਾਘਾ ਦਾ ਕੋਈ ਓੜਕ ਨਹੀਂ ਹੈ, ਅਤੇ ਇਹਦੇ ਆਖਣ ਵਾਲਿਆਂ ਦਾ ਉਹਨਾਂ ਦਾ ਵੀ ਕੋਈ ਅੰਤ ਨਹੀਂ ਹੈ। ਅੰਤ ਨਾ ਕਰਨਾ ਦੇਣ ਨਾ ਅੰਤ। ਮਹਾਰਾਜ ਜੀ ਕਹਿੰਦੇ ਬੇਅੰਦਾਜ਼ ਹਨ ਉਹਦੇ ਕੰਮ, ਅਤੇ ਬੇਅੰਤਾਜ ਹਨ ਉਹਦੀਆਂ ਦਾਤਾਂ। ਅੰਤ ਨਾ ਕਰਨਾ ਦੇਣ ਨਾ ਅੰਤ। ਅੰਤ ਨਾ ਵੇਖਣ ਸੁਣਨਾ ਅੰਤ। ਵਾਹਿਗੁਰੂ ਦੇ ਦੇਖਣ ਦਾ ਕੋਈ ਓੜਕ ਨਹੀਂ, ਅਤੇ ਨਾ ਹੀ
ਓੜਕ ਹੈ ਉਹਦੇ ਸਰਵਣ ਕਰਨ ਦਾ। ਅੰਤ ਨ ਜਾਪੇ ਕਿਆ ਮਨ ਮੰਤ, ਅੰਤ ਨ ਜਾਪੇ ਕੀਤਾ ਕਾਰ। ਸਾਹਿਬ ਦੇ ਦਿਲ ਦਾ ਕੀ ਮਨੋਰਥ ਹੈ, ਸਾਹਿਬ ਦੇ ਦਿਲ ਦਾ ਕੀ ਮਨੋਰਥ ਹੈ, ਇਸ ਦਾ ਓੜਕ ਜਾਣਿਆ ਨਹੀਂ ਜਾ ਸਕਦਾ। ਉਹਦੀ ਰਚੀ ਹੋਈ ਰਚਨਾ ਦਾ ਓੜਕ ਮਾਲੂਮ ਨਹੀਂ ਹੁੰਦਾ। ਉਹ ਪ੍ਰੋਫੈਸਰ ਨੇ ਇੰਨੀ ਰਚਨਾ ਰਚੀ ਹੋਈ ਆ ਕਿ ਉਹਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਜੇ ਬੰਦਾ ਦੇਖਣਾ ਚਾਹੇ ਵੀ ਜਿੰਨੀ ਦੁਨੀਆ ਪਰਮੇਸ਼ਰ ਨੇ ਸਾਜੀ ਆ, ਮੈਂ ਸਾਰੀ ਦੁਨੀਆ ਦੇਖਣਾ ਚਾਹੁੰਦਾ, ਜੇ ਕੋਈ ਚਾਹੇ ਤਾਂ ਸਾਰੀ ਦੁਨੀਆ ਨਹੀਂ ਦੇਖ ਸਕਦਾ। ਆਖੋ ਸਤਨਾਮ। ਦੁਨੀਆ ਦੇਖਦਾ ਦੇਖਦਾ ਬੰਦਾ ਖਤਮ ਹੋ ਜਾਊ। ਇੰਨੀ ਦੁਨੀਆ, ਇੰਨੀ ਸ੍ਰਿਸ਼ਟੀ ਉਹ ਪਰਮੇਸ਼ਰ ਨੇ ਰਚੀ ਹੋਈ ਆ, ਸਾਜੀ ਹੋਈ ਆ, ਸਾਰੀ ਦੁਨੀਆ ਨਹੀਂ ਦੇਖ ਸਕਦਾ ਬੰਦਾ। ਅੰਤ ਨਾ ਜਾਪੈ ਕੀਤਾ ਕਾਰ, ਅੰਤ ਨਾ ਜਾਪੈ ਪਾਰਾਵਾਰ। ਉਹਦੀ ਰਚੀ ਹੋਈ ਰਚਨਾ ਦਾ ਕੋਈ ਓੜਕ ਮਾਲੂਮ ਨਹੀਂ ਹੁੰਦਾ। ਉਹਦੇ ਉਸਦੇ ਔਰ ਇਸ ਤੇ ਉਹਦੇ ਕਿਨਾਰੇ ਦਾ ਅਥਾਹ ਪਤਾ ਨਹੀਂ ਲੱਗਦਾ। ਭਾਵ ਕਿ ਕੋਈ ਉਹਦਾ ਅੰਤ ਨਹੀਂ, ਕੋਈ ਜਾਣ ਨਹੀਂ ਸਕਦਾ। ਇੰਨੀ ਰਚਨਾ ਪਰਮੇਸ਼ਰ ਦੀ ਰਚੀ ਹੋਈ ਆ। ਸਾਰੀ ਰਚਨਾ ਨੂੰ ਰਚ ਕੇ ਉਹ ਵਾਹਿਗੁਰੂ ਪਰਮੇਸ਼ਰ ਆਪ ਨਿਰਲੇਪ ਰਹਿੰਦਾ ਹੈ। ਅੰਤ ਕਾਰਨ ਕੀਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਉਸ ਦਾ ਹੱਦ ਬੰਨਾ ਜਾਣਨ ਲਈ ਬੜੇ ਬਿਰਲਾਪ ਕਰਦੇ ਨੇ। ਪਰਮੇਸ਼ਰ ਦਾ ਹੱਦ ਬੰਨਾ ਵੀ ਕਿੰਨਾ ਕੁ ਹੱਦ ਬੰਨਾ ਹੈ, ਬੜੇ ਬਿਰਲਾਪ ਕਰਦੇ ਨੇ। ਮਹਾਰਾਜ ਜੀ ਕਹਿੰਦੇ ਪਰੰਤੂ ਉਸ ਦੇ ਓੜਕ ਦਾ ਪਤਾ ਨਹੀਂ ਲੱਗਦਾ। ਆਖੋ ਸਤਨਾਮ। ਇਹੋ ਅੰਤ ਨਾ ਜਾਣੇ ਕੋਈ, ਬਹੁਤਾ ਕਹੀਏ ਬਹੁਤਾ ਹੋਏ। ਮਹਾਰਾਜ ਜੀ ਕਹਿੰਦੇ ਇਹ ਪਾਰਾਵਾਰ ਕੋਈ ਨਹੀਂ ਜਾਣ ਸਕਦਾ। ਜਿੰਨਾ ਬਥੇਰਾ ਅਸੀਂ ਬਿਆਨ ਕਰਦੇ ਹਾਂ, ਉਨਾ ਬਥੇਰੇ ਹੀ ਉਹ ਬਹੁਤ ਹੋ ਜਾਂਦਾ ਹੈ, ਉਨਾ ਹੀ ਵੱਧ ਜਾਂਦਾ ਹੈ। ਵੱਡਾ ਸਾਹਿਬ ਉੱਚਾ ਥਾਓ, ਉਹ ਬਹੁਤ ਵੱਡਾ ਵਿਸ਼ਾਲ ਹੈ, ਉਹ ਬੜਾ ਉੱਚਾ ਹੈ ਤੇ ਬੁਲੰਦ ਹੈ। ਉਸ ਦਾ ਆਸਣ, ਉਸ ਦਾ ਜਿਹੜਾ ਆਸਣ ਹੈ ਨਾ, ਉਹ ਵੀ ਬੜਾ ਉੱਚਾ ਹੈ। ਉੱਚੇ ਉੱਪਰ ਉੱਚਾ ਨਾਉ, ਉਹਦਾ ਨਾਮ ਸਭ ਤੋਂ ਉੱਚਾ ਹੈ ਤੇ ਮਹਾਨ ਉੱਚਾ ਹੈ। ਇਹ ਬੜਾ ਉੱਚਾ ਹੋਵੇ ਕੋਈ। ਮਹਾਰਾਜ ਜੀ ਕਹਿੰਦੇ ਜੇਕਰ ਕੋਈ ਐਡਾ ਵੱਡਾ ਤੇ ਉੱਚਾ ਹੋਵੇ, ਜਿੱਡਾ ਵੱਡਾ ਉਹ ਪਰਮੇਸ਼ਰ ਹੈ, ਤੇ ਉੱਚੇ ਕੋ ਜਾਣੇ ਸੋਏ। ਕਹਿੰਦੇ ਫਿਰ ਉਹੀ ਉਹਨੂੰ ਜਾਣ ਸਕਦਾ ਹੈ। ਜੇ ਉੱਡਾ ਵੱਡਾ ਕੋਈ ਹੋਵੇ ਨਾ, ਪਰਮੇਸ਼ਰ ਜਿੱਡਾ ਵੱਡਾ, ਫਿਰ ਹੀ ਉਹਨੂੰ ਕੋਈ ਜਾਣ ਸਕਦਾ। ਪਰ ਪਰਮੇਸ਼ਰ ਤੋਂ ਵੱਡਾ ਕੋਈ ਨਹੀਂ ਹੈ। ਆਖੋ ਸਤਨਾਮ। ਕੇਵੜ ਆਪ ਜਾਣੇ ਆਪ ਆਪ। ਉਹ ਕਿੱਡਾ ਵੱਡਾ ਹੈ, ਉਹ ਪਰਮੇਸ਼ਰ ਖੁਦ ਹੀ ਜਾਣਦਾ ਹੈ, ਹੋਰ ਨਹੀਂ ਕੋਈ ਜਾਣਦਾ। ਨਾਨਕ ਨਦਰੀ ਕਰਮੀ ਦਾਤ। हे ਨਾਨਕ, ਕਿਰਪਾਲੂ ਪ੍ਰਭੂ ਆਪਣੀ ਦਇਆ ਦੁਆਰਾ ਬਖਸ਼ਿਸ਼ਾਂ ਕਰਦਾ। ਉਹ ਦਇਆ ਕਰਦਾ, ਬੈਠਾ ਦੇਖ ਰਿਹਾ ਸਾਨੂੰ। ਜਿਹੜੇ ਚੰਗੇ ਕੰਮ ਕਰਦੇ ਨੇ ਉਹਨਾਂ ਨੂੰ ਵੀ ਦੇਖਦਾ ਹੈ। ਜਿਹੜੇ ਗੁਰਮੁਖ ਪਿਆਰੇ ਮਾਰੇ ਕਰਮ ਕਰਦੇ ਨੇ
ਉਹਨਾਂ ਨੂੰ ਵੀ ਪਰਮੇਸ਼ਰ ਵੇਖਦਾ ਹੈ। ਉਹ ਸਭ ਨੂੰ ਬੈਠਾ ਵੇਖ ਰਿਹਾ, ਆਖੋ ਸਤਨਾਮ। ਨਾ ਉਹ ਜੰਮਦਾ ਹੈ, ਨਾ ਉਹ ਮਰਦਾ ਹੈ, ਨਾ ਉਹ ਜੰਮਣ ਦੇ ਵਿੱਚ ਹੈ, ਨਾ ਉਹ ਮਰਨ ਦੇ ਵਿੱਚ ਹੈ, ਨਾ ਉਹ ਡੁੱਬਦਾ ਹੈ ਤੇ ਨਾ ਉਹ ਸੜਦਾ ਹੈ। ਉਹ ਬੈਠਾ ਸਭਨਾਂ ਨੂੰ ਵੇਖ ਰਿਹਾ। ਮਹਾਰਾਜ ਜੀ ਕਹਿੰਦੇ ਚੇਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ। ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ। ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਇੰਦਾ। ਨਦਰ ਉਹ ਪੁੱਠੀ ਜੇ ਕਰੇ ਸੁਲਤਾਨਾ ਘਾਉ ਕਰਾਇੰਦਾ। ਦਰ ਮੰਗਣ ਭਿੱਖ ਨਾ ਪਾਇੰਦਾ। ਮਹਾਰਾਜ ਜੀ ਕਹਿੰਦੇ ਭਾਈ ਚੇਤੇ ਅੰਦਰ ਸਭ ਕੋ ਉਹ ਪਰਮੇਸ਼ਰ ਨੇ ਸਾਨੂੰ ਸਾਰੀ ਸ੍ਰਿਸ਼ਟੀ ਨੂੰ ਚੇਤੇ ਰੱਖਿਆ ਹੋਇਆ। ਇਕੱਲੇ ਇਕੱਲੇ ਦਾ ਉਹਨੂੰ ਪਤਾ ਵੀ ਕਿਹੜਾ ਕਿੱਥੇ ਕੀ ਕਰਦਾ, ਕਿਹੜਾ ਕਿੱਥੇ ਆ, ਕਿਹੜਾ ਕਿੱਥੇ ਆ, ਉਹਨੂੰ ਸਭ ਪਤਾ। ਚੇਤੇ ਅੰਦਰ ਸਭ ਕੋ, ਸਭ ਨੂੰ ਚੇਤੇ ਅੰਦਰ ਰੱਖਿਆ ਹੋਇਆ। ਆਪੇ ਦੇ ਵਡਿਆਈਆਂ ਆਪੇ ਕਰਮ ਕਰਾਇੰਦਾ। ਉਹ ਇਹੋ ਜਿਹੇ ਕੰਮ ਕਰਾਉਂਦਾ ਤੇ ਆਪੇ ਵਡਿਆਈਆਂ ਦਵਾ ਦਿੰਦਾ। ਆਖੋ ਸਤਨਾਮ। ਆਪੇ ਦੇ ਵਡਿਆਈਆਂ ਆਪੇ ਕਰਮ ਕਰਾਇੰਦਾ। ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਇੰਦਾ। ਸਾਰਿਆਂ ਨੂੰ ਉਹ ਪਰਮੇਸ਼ਰ ਨੇ ਆਪਣੇ ਆਪ ਹੀ ਧੰਦੇ ਲਾਇਆ ਹੋਇਆ। ਕਿਸੇ ਨੂੰ ਕਿਹੜੇ ਕੰਮ ਤੇ ਲਾ ਦਿੱਤਾ, ਕਿਸੇ ਨੂੰ ਕਿਹੜੇ ਧੰਦੇ ਲਾ ਦਿੱਤਾ, ਕਿਸੇ ਨੂੰ ਕਿਹੜੇ ਧੰਦੇ ਲਾ ਦਿੱਤਾ। ਉਹਨੇ ਆਪ ਹੀ ਪਰਮੇਸ਼ਰ ਨੇ ਸਾਰੇ ਜੀਵ ਧੰਦੇ ਲਾਏ ਹੋਏ ਨੇ। ਮਹਾਰਾਜ ਜੀ ਕਹਿੰਦੇ ਨਦਰ ਪੁੱਠੀ ਜੇ ਕਰੇ, ਜੇ ਕਿਤੇ ਉਹ ਪਰਮੇਸ਼ਰ ਦੀ ਨਦਰ ਪੁੱਠੀ ਹੋ ਜਾਏ ਨਾ, ਮਹਾਰਾਜ ਜੀ ਕਹਿੰਦੇ ਸੁਲਤਾਨਾ ਘਾਉ ਕਰਾਇੰਦਾ। ਭਾਵ ਕਿ ਸੁਲਤਾਨਾ ਕਹਿੰਦੇ ਨੇ ਰਾਜੇ ਨੂੰ। ਮਹਾਰਾਜ ਜੀ ਕਹਿੰਦੇ ਉਹ ਰਾਜੇ ਨੂੰ ਘਾਹ ਖਾਣ ਲਾ ਦਿੰਦਾ। ਆਖੋ ਸਤਨਾਮ। ਸੁਲਤਾਨਾ ਘਾਉ ਕਰਾਇੰਦਾ। ਦਰ ਮੰਗਣ ਭਿੱਖ ਨਾ ਪਾਇੰਦਾ। ਮਹਾਰਾਜ ਜੀ ਕਹਿੰਦੇ ਉਹ ਰਾਜਿਆਂ ਨੂੰ ਘਾਹ ਖਾਣ ਲਾ ਦਿੰਦਾ। ਇੱਥੇ ਹੀ ਬਸ ਨਹੀਂ, ਕਹਿੰਦੇ ਰਾਜਿਆਂ ਨੂੰ ਕਹਿੰਦੇ ਜੇ ਦਰ ਦੇ ਉੱਤੇ ਭੀਖ ਮੰਗਦੇ ਨੇ ਨਾ ਤਾਂ ਉਹਨੂੰ ਭੀਖ ਵੀ ਮੰਗੀ ਨਹੀਂ ਮਿਲਦੀ। ਆਖੋ ਸਤਨਾਮ। ਇਸ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਬਹੁਤ ਵੱਡਾ ਸਮਰੱਥ ਹੈ। ਉਹ ਬੜਾ ਵਿਸ਼ਾਲ ਆ। ਉਹਦਾ ਜਿਹੜੇ ਉਹਦਾ ਨਾਮ ਜਪਦੇ ਨੇ ਨਾ, ਵੱਡੇ ਦਾ ਨਾਮ ਜਪਦੇ ਨੇ, ਸੁਣਿਓ ਧਿਆਨ ਦੇ ਨਾਲ। ਅਗਲਾ ਕਹਿੰਦਾ ਜੀ ਨਾਮ ਜਪਣ ਦਾ ਕੀ ਫਾਇਦਾ, ਸੰਗਤ ਕਰਨ ਦਾ ਕੀ ਫਾਇਦਾ। ਦੇਖੋ ਜੇ ਗੁਰਦੁਆਰਾ ਸਾਹਿਬ ਆਓਗੇ ਤਾਂ ਗੁਰੂ ਦਾ ਇਹਦੇ ਵਿੱਚ ਕੋਈ ਵੱਧ ਨਹੀਂ ਜਾਣਾ। ਜੇ ਨਹੀਂ ਆਓਗੇ ਤਾਂ ਗੁਰੂ ਨੇ ਘਟ ਨਹੀਂ ਜਾਣਾ। ਜੇ ਗੁਰਦੁਆਰੇ ਆਓਗੇ ਤਾਂ ਗੁਰੂ ਨੇ ਵੱਧ ਨਹੀਂ ਜਾਣਾ। ਉਹ ਤਾਂ ਵਿਸ਼ਾਲ ਆ, ਉਹ ਤਾਂ ਵੱਡਾ ਹੈ। ਪਰ ਜਿਹੜੇ ਗੁਰਮੁਖ ਪਿਆਰੇ ਵੱਡੇ ਦਾ ਨਾਮ ਲੈਂਦੇ ਨੇ ਨਾ, ਜਪਦੇ ਨੇ, ਉਹ ਨਾਮ ਜਪਦੇ ਜਪਦੇ ਉਹ ਵੱਡੇ ਹੋ ਜਾਂਦੇ ਨੇ। ਆਖੋ ਸਤਨਾਮ। ਉਹ ਵਿਸ਼ਾਲ ਹੋ ਜਾਂਦੇ ਨੇ। ਉਹਨਾਂ ਤੇ ਕਿਰਪਾ ਹੋ ਜਾਂਦੀ ਆ, ਉਹਨਾਂ ਤੇ ਮਿਹਰ ਹੋ ਜਾਂਦੀ ਆ। ਇਹ ਤਾਂ ਗੁਰਮੁਖ ਪਿਆਰਿਓ ਸਿਉਨੇ ਦਾ ਪਹਾੜ ਹੈ। ਇਹ ਤਾਂ ਸਿਉਨੇ ਦਾ ਪਰਬਤ ਹੈ। ਵਾਹਿਗੁਰੂ ਪਰਮੇਸ਼ਰ ਦਾ ਨਾਮ, ਇਹਨੂੰ ਜਿੰਨਾ ਖਾਂਦੇ ਖਰਚਦੇ ਆ, ਜਿੰਨਾ ਜਪਦੇ ਆ, ਉਨੀ ਵੱਧਦਾ ਜਾਂਦਾ। ਆਖੋ ਸਤਨਾਮ। ਜਿਵੇਂ ਕਹਿੰਦੇ ਨੇ ਵੀ ਖਾਵੋ ਖਰਚੋ ਰਲ ਮਿਲ ਭਾਈ, ਵੱਧਦੋ ਜਾਵੇ ਤੋਟ ਨਾ ਆਈ। ਇਹ ਤਾਂ ਕਹਿੰਦੇ ਜਿੰਨਾ ਖਾਣੇ ਖਰਚਦੇ ਆ ਨਾ, ਉਨੀ ਵੱਧਦਾ ਜਾਂਦਾ ਹੈ। ਸੋ ਆਓ 24 ਪੌੜੀਆਂ ਆਪਣੀਆਂ ਪੂਰੀਆਂ ਹੋ ਗਈਆਂ ਜਪਜੀ ਸਾਹਿਬ ਦੀਆਂ। ਇੱਥੋਂ ਵਿਚਾਰ ਕਰਾਂਗੇ ਕੱਲ੍ਹ ਨੂੰ ਗੁਰਬਾਣੀ ਪੜ੍ਹਦੇ ਸੁਣਦਿਆਂ ਕੋਲੋਂ ਇੱਕ ਨਹੀਂ ਨਿੱਕਾ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਸੰਗਤਾਂ ਸਤਿਗੁਰੂ ਬਖਸ਼ਣਹਾਰ ਹਨ,
ਅੱਗੋਂ ਬਾਤ ਤੇ ਸਿਰ ਤੇ ਮੇਰਾ ਬ੍ਰਹਤ ਰੱਖ ਕੇ ਸੁੱਧ ਸਪੱਟ ਗੁਰਬਾਣੀ ਪੜ੍ਹਨ ਦੀ, ਸੇਵਾ ਕਰਨ ਦੀ, ਕਥਾ ਕੀਰਤਨ ਕਰਨ ਦੀ ਸੋਝੀ ਆ ਜਾਏ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਤਿਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਭਾਈ ਆਪਣੇ ਸਮੇਂ ਨੂੰ ਔਰ ਸਵਾਸਾਂ ਨੂੰ ਸਫਲੇ ਬਣਾਉਣ ਦਾ ਯਤਨ ਕਰਿਆ ਕਰੋ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਜੋ ਅੱਜ ਦੇਗ ਦੀ ਸੇਵਾ ਹੈ, ਸਰਦਾਰ ਹਰਪਾਲ ਸਿੰਘ ਜੀ, ਸਰਦਾਰ ਹਰਪਾਲ ਸਿੰਘ ਜੀ ਇਹਨਾਂ ਪਰਿਵਾਰ ਵੱਲੋਂ ਅੱਜ ਦੇਗ ਦੀ ਸੇਵਾ ਹੈ। ਇੱਕ ਹੋਰ ਪਰਿਵਾਰ ਵੱਲੋਂ ਵੀ ਇਹੀ ਦੇਗ ਦੀ ਸੇਵਾ। ਸਰਦਾਰ ਹਰਪ੍ਰੀਤਪਾਲ ਸਿੰਘ ਸਨ ਆਫ ਅਵਤਾਰ ਸਿੰਘ ਜੀ ਇਹਨਾਂ ਪਰਿਵਾਰ ਵੱਲੋਂ ਵੀ ਦੇਗ ਦੀ ਸੇਵਾ ਹਾਜ਼ਰ ਹੈ। ਆਓ ਸ਼ਲੋਕ ਦੇ ਵਿੱਚ ਬੋਲੀਏ। ਅਰਦਾਸ ਹੁਕਮਨਾਮਾ ਸਾਹਿਬ ਕੜਾ ਪ੍ਰਸਾਦ ਦੀਆਂ ਦੇਗਾਂ ਲੈ ਕਰਕੇ ਫਿਰ ਆਪੋ ਆਪਣੇ ਕਰੋ ਵਿਹਾਰ ਕਰਨੇ ਆ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਆਓ ਸਾਰੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ। ਸ਼ਲੋਕ ਅਰਦਾਸ ਹੁਕਮਨਾਮਾ ਸਾਹਿਬ ਕੜਾ ਪ੍ਰਸਾਦ ਦੀਆਂ ਦੇਗਾਂ ਲੈ ਕਰਕੇ ਫਿਰ ਆਪੋ ਆਪਣੇ ਕਰੋ ਵਿਹਾਰ ਕਰਨੇ ਨੇ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ।